ਹੈਲੋ ਸਟੂਡੈਂਟਸ, ਵੈਲਕਮ ਟੂ ਮੈਥਸ ਮਾਸਟਰ। ਹਾਂਜੀ, ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਿਊ ਟੌਪਿਕ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਰਾਈਟ ਟੂ ਐਜੂਕੇਸ਼ਨ ਐਕਟ 2009 ਜਾਨੇ ਕਿ ਸਿੱਖਿਆ ਦਾ ਅਧਿਕਾਰ ਐਕਟ 2009। ਇਸ ਵਿੱਚ ਆਪਾਂ ਸਾਰਾ ਡਿਸਕਸ ਕਰਾਂਗੇ। ਇੱਕ ਇੰਪੋਰਟੈਂਟ ਟੌਪਿਕ ਆ, ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਟੌਪਿਕ ਕੀ ਹੈ ਆਪਣਾ RT ਐਕਟ 2009। ਇਸ ਵਿੱਚ ਕਿਸ ਬਾਰੇ ਗੱਲ ਕਰੀ ਗਈ ਹੈ। ਓਕੇ, ਸੋ ਆਪਾਂ ਸਾਰਾ ਡਿਸਕਸ ਕਰਾਂਗੇ। ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਜੇ ਆਪਾਂ ਇਸ ਦੇ ਆਧਾਰ ਦੀ ਗੱਲ ਕਰੀਏ ਕਿ RTE ਐਕਟ 2009 ਦਾ ਆਧਾਰ ਕੀ ਹੈ, ਸੋ ਇਹਦਾ ਆਧਾਰ ਹੈਗਾ ਕਿ ਐਵਰੀ ਚਾਈਲਡ ਹੈਜ਼ ਅ ਰਾਈਟ ਟੂ ਫੁੱਲ ਟਾਈਮ ਐਲੀਮੈਂਟਰੀ ਐਜੂਕੇਸ਼ਨ, ਕਿ ਹਰ ਬੱਚੇ ਦਾ ਅਧਿਕਾਰ ਬਣਦਾ ਕਿ ਘੱਟੋ ਘੱਟ ਉਹ ਐਲੀਮੈਂਟਰੀ ਐਜੂਕੇਸ਼ਨ ਲੈ ਸਕੇ। ਠੀਕ ਹੈ, ਤਾਂ ਕੀ ਹੈ ਇਸਦਾ ਕਿ ਕਿਸ ਵਿੱਚ ਫਾਰਮਲ ਸਕੂਲਸ ਦੇ ਥਰੂ ਉਹ ਐਜੂਕੇਸ਼ਨ ਲੈ ਸਕੇ, ਐਲੀਮੈਂਟਰੀ ਐਜੂਕੇਸ਼ਨ। ਸੋ ਹਰ ਬੱਚੇ ਦਾ ਇਹ ਹੱਕ ਵੀ ਬਣਦਾ ਹੈ ਤੇ ਇਹ ਜ਼ਰੂਰੀ ਵੀ ਹੈ। ਹਾਂਜੀ, ਦੇਖਦੇ ਹਾਂ RTE ਐਕਟ 2009। ਠੀਕ ਹੈ, ਕੀ ਹੈ ਇਹ ਆਪਣਾ ਐਕਟ 2009? ਕੀ ਇਸ ਵਿੱਚ ਐਡ ਕੀਤਾ ਗਿਆ? ਇਸ ਵਿੱਚ ਐਡ ਕੀਤਾ ਗਿਆ 86th Amendment Act 2002 inserted Article 21A in the Constitution of India to provide free and compulsory education of all children। Means ਜਿਹੜਾ ਆਪਣਾ 86ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 2002 ਦੇ ਵਿੱਚ, ਉਸ ਨੂੰ ਇਸ ਵਿੱਚ ਐਡ ਕੀਤਾ ਗਿਆ। ਆਰਟੀਕਲ 21A ਯਾਨੀ ਕਿ 21 ਐਲਫਾ ਨੂੰ ਇਸ ਵਿੱਚ ਐਡ ਕੀਤਾ ਗਿਆ ਤੇ ਇਸ ਵਿੱਚ ਹੋਰ ਕੀ ਕਿਹਾ ਗਿਆ ਕਿ ਸਾਰੇ ਭਾਰਤ ਦਾ ਸੰਵਿਧਾਨ ਦੇ ਹਿਸਾਬ ਨਾਲ ਸਾਰੇ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਜਿਹੜੀ ਉਹ ਪ੍ਰਦਾਨ ਕਰਵਾਈ ਜਾਵੇ। ਠੀਕ ਹੈ, ਇਹ ਇਸ ਦਾ ਮੇਨ ਮੋਟਿਵ ਸੀ। ਨੈਕਸਟ ਦੇਖਦੇ ਹਾਂ ਇਨ ਦ ਏਜ ਗਰੁੱਪ 6 to 14 years ਐਜ਼ ਅ ਫੰਡਾਮੈਂਟਲ ਰਾਈਟ। ਸੋ ਬੱਚਿਆਂ ਦਾ ਫੰਡਾਮੈਂਟਲ ਰਾਈਟ ਬਣਾਇਆ ਗਿਆ। ਠੀਕ ਹੈ, ਉਹਨਾਂ ਦਾ ਮੌਲਿਕ ਅਧਿਕਾਰ ਸਮਝਿਆ ਗਿਆ ਕਿ 6 ਤੋਂ ਜਿਹੜੇ 14 ਸਾਲ ਦੇ ਬੱਚੇ ਨੂੰ ਉਹਨਾਂ ਨੂੰ ਇਹ ਜਿਹੜੀ ਮੁਫਤ ਤੇ ਲਾਜ਼ਮੀ ਸਿੱਖਿਆ ਜ਼ਰੂਰ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਨੈਕਸਟ ਕਿ ਆਰਟੀਕਲ 21A ਐਂਡ ਦ RTE ਐਕਟ came into effect on 1st April 2010। ਸੋ ਇਹ ਜਿਹੜਾ ਲਾਗੂ ਕਦੋਂ ਹੋਇਆ, ਜਿਹੜਾ ਆਪਣਾ ਆਰਟੀਕਲ 21A ਐਂਡ RTE ਐਕਟ ਸੀ, ਉਹ 1 ਅਪ੍ਰੈਲ 2010 ਨੂੰ ਲਾਗੂ ਕੀਤਾ ਗਿਆ, ਜਾਨੇ ਕਿ ਹੁਣ ਚ ਆਇਆ। ਠੀਕ ਹੈ, ਨੈਕਸਟ ਕੀ ਆ RTE ਐਕਟ ਦੇ ਸਿਰਲੇਖ ਵਿੱਚ ਇਹਦੇ ਵਿੱਚ ਕੀ ਸੀ, ਮੁਫਤ ਤੇ ਜਿਹੜੇ ਲਾਜ਼ਮੀ ਸ਼ਬਦ ਸੀਗੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। ਠੀਕ ਹੈ, ਨੈਕਸਟ ਇੱਕ ਹੋਰ ਦੇਖਦੇ ਹਾਂ ਗੱਲ ਕਿ ਇਹ ਇੱਕ ਗੈਰ ਦਾਖਲਾ ਬੱਚੇ ਨੂੰ ਇੱਕ ਉਮਰ ਤੱਕ ਦਾਖਲ ਕਰਨ ਲਈ ਪ੍ਰਬੰਧ ਕਰਦਾ ਹੈ ਉਚਿਤ ਕਲਾਸ 'ਚ। ਠੀਕ ਹੈ, ਜਿਵੇਂ ਕਿ ਕਹਿ ਸਕਦੇ ਹਾਂ ਕਿ ਕੋਈ ਬੱਚਾ ਆ 9 ਸਾਲ ਦਾ, ਠੀਕ ਹੈ, ਉਹ ਕਿਸੇ ਕਾਰਨ ਕਰਕੇ ਸਕੂਲ ਵਿੱਚ ਆਪਣੀ ਐਡਮਿਸ਼ਨ ਨਹੀਂ ਲੈ ਪਾਇਆ। ਸੋ ਕੀ ਹੋਇਆ, ਜਦੋਂ ਉਹ ਐਡਮਿਸ਼ਨ ਲੈਣ ਲਈ ਜਾਏਗਾ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਹਨੂੰ ਕੋਈ ਮਨਾ ਨਹੀਂ ਕਰੇਗਾ ਐਡਮਿਸ਼ਨ ਲੈਣ ਤੋਂ। ਸੋ ਹੋਰ ਇਹ ਕੀ ਆ ਕਿ ਉਹਨੂੰ ਉਹਦੀ ਏਜ ਦੇ ਅਕੋਰਡਿੰਗ, ਜਿੱਦਾਂ 9 ਸਾਲ ਦਾ ਬੱਚਾ ਆ, ਸੋ ਉਹਨੂੰ ਜਿਹੜੀ ਕਲਾਸ ਉਹਦੀ ਬਣਦੀ ਆ ਉਸ ਕਲਾਸ ਵਿੱਚ ਉਹਨੂੰ ਐਡਮਿਸ਼ਨ ਦਿੱਤੀ ਜਾਏਗੀ। ਇਹ ਨਹੀਂ ਕਿ ਉਹਨੂੰ ਫਸਟ ਕਲਾਸ ਤੋਂ ਸਟਾਰਟ ਕਰਨੀ ਪਏਗੀ ਆਪਣੀ ਸਟੱਡੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਸ ਐਕਟ ਦੇ ਵਿੱਚ ਲਾਗੂ ਕੀਤਾ ਗਿਆ। ਹਾਂਜੀ, ਨੈਕਸਟ ਕੀ ਆ ਇਟ ਪ੍ਰੋਹਿਬਿਟਸ, ਜਾਨੇ ਕਿ ਇੱਥੇ ਕੁਝ ਗੱਲਾਂ ਦੀ ਮਨਾਹੀ ਕੀਤੀ ਗਈ ਆ ਇਸ ਐਕਟ ਦੇ ਵਿੱਚ। ਉਹ ਦੇਖਾਂਗੇ ਕਿਹੜੀਆਂ ਗੱਲਾਂ ਆ। ਠੀਕ ਹੈ, ਫਸਟ ਕੀ ਆਪਣਾ ਫਿਜ਼ੀਕਲ ਪਨਿਸ਼ਮੈਂਟ ਐਂਡ ਮੈਂਟਲ ਹਰਾਸਮੈਂਟ, ਜਾਨੇ ਕਿ ਕੀ ਹੈ ਕਿ ਨਾ ਹੀ ਬੱਚਿਆਂ ਨੂੰ ਫਿਜ਼ੀਕਲ ਪਨਿਸ਼ਮੈਂਟ ਦੇ ਸਕਦਾ ਟੀਚਰ, ਨਾ ਹੀ ਉਹਨਾਂ ਨੂੰ ਮੈਂਟਲੀ ਹਰਾਸ ਕਰ ਸਕਦਾ ਹੈ, ਨਾ ਹੀ ਉਹਨਾਂ ਨੂੰ ਕੋਈ ਸਰੀਰਕ ਸਜ਼ਾ ਦਿੱਤੀ ਜਾ ਸਕਦੀ ਤੇ ਨਾ ਹੀ ਮਾਨਸਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ। ਠੀਕ ਹੈ, ਜਿਵੇਂ ਕਿ ਪਹਿਲਾਂ ਕੀ ਹੁੰਦਾ ਸੀ, ਬੱਚੇ ਨੂੰ ਮੁਰਗਾ ਬਣਾ ਦਿੰਦੇ ਸੀ, ਉਹਨੂੰ ਹੈਂਡਸ ਅਪ ਕਰਕੇ ਪਿੱਛੇ ਖੜਾ ਕਰ ਦਿੰਦੇ ਸੀ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਟੀਚਰ ਨਹੀਂ ਕਰ ਸਕਦਾ। ਅਗਰ ਉਹ ਇੱਦਾਂ ਕਰਦਾ ਪਾਇਆ ਜਾਂਦਾ ਹੈ ਤਾਂ ਉਹਨੂੰ ਜੇਲ੍ਹ ਵੀ ਹੋ ਸਕਦੀ ਹੈ। ਨੈਕਸਟ ਦੇਖਾਂਗੇ ਸਕਰੀਨਿੰਗ ਪ੍ਰੋਸੀਜਰਸ ਫॉर ਐਡਮਿਸ਼ਨ ਆਫ ਚਿਲਡਰਨ। ਸੋ ਕੁਝ ਪ੍ਰੋਸੀਜਰਸ ਕੀਤੇ ਜਾਂਦੇ ਆ ਬੱਚਿਆਂ ਨੂੰ ਐਡਮਿਸ਼ਨ ਦੇਣ ਲਈ, ਜਿੱਦਾਂ ਕਿ ਕਈ ਰਹਿ ਜਾਂਦਾ ਕਿ ਬੱਚਿਆਂ ਦੇ ਟੈਸਟ ਲਏ ਜਾਂਦੇ ਆ ਜਾਂ ਉਹਦੇ ਪੇਰੈਂਟਸ ਦੀ ਇੰਟਰਵਿਊ ਵਗੈਰਾ ਲਈ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨਹੀਂ ਕੀਤੀਆਂ ਜਾਣਗੀਆਂ। ਓਕੇ, ਸੋ ਨੈਕਸਟ ਦੇਖਦੇ ਹਾਂ ਆਪਣਾ ਕੈਪੀਟੇਸ਼ਨ ਫੀਸ। ਸੋ ਬੱਚਿਆਂ ਤੋਂ ਫੀਸ ਨਹੀਂ ਲਈ ਜਾਏਗੀ, ਜਿਵੇਂ ਕਿ ਗਵਰਨਮੈਂਟ ਸਕੂਲਸ ਦੇ ਵਿੱਚ ਦੇਖਦੇ ਹਾਂ ਆਪਾਂ। ਠੀਕ ਹੈ, ਬਿਲਕੁਲ ਹੀ ਟੋਟਲੀ ਉਹਨਾਂ ਦੀ ਜਿਹੜੀ ਸਟੱਡੀ ਆ ਉਹ ਫ੍ਰੀ ਐਜੂਕੇਸ਼ਨ। ਔਰ ਜਿਹੜੇ ਪ੍ਰਾਈਵੇਟ ਨੇ ਉਹਨਾਂ ਵਿੱਚ ਵੀ ਕੀ ਹੋਏਗਾ, ਜਿਹੜੇ ਗਰੀਬ ਲੋਕ, ਗਰੀਬ ਕੋਟਾ ਦੇ ਉਹ ਨੇ, ਉਹਨਾਂ ਨੂੰ ਕੀ ਹੋਏਗਾ 25% ਦੀ ਛੋਟ ਦਿੱਤੀ ਜਾਏਗੀ। ਠੀਕ ਹੈ, ਉਹਨਾਂ ਤੋਂ ਮਾਫ ਕੀਤੀ ਜਾਏਗੀ ਉਹਨਾਂ ਨੂੰ 25% ਫੀਸ ਉਹਨਾਂ ਦੀ। ਸੋ ਨੈਕਸਟ ਦੇਖਦੇ ਹਾਂ ਆਪਣਾ ਪ੍ਰਾਈਵੇਟ ਟਿਊਸ਼ਨਸ ਬਾਏ ਟੀਚਰਸ। ਠੀਕ ਹੈ, ਬੱਚਿਆਂ ਟੀਚਰਸ ਦੁਆਰਾ ਜਿਹੜੀਆਂ ਉਹ ਟਿਊਸ਼ਨਸ ਨਹੀਂ ਲਈਆਂ ਜਾਣਗੀਆਂ ਘਰ ਵਿੱਚ, ਉਹਨਾਂ ਨੂੰ ਪ੍ਰਾਈਵੇਟ ਟਿਊਸ਼ਨਸ ਨਹੀਂ ਦਿੱਤੀਆਂ ਜਾਣਗੀਆਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ। ਠੀਕ ਹੈ, ਨੈਕਸਟ ਕੀ ਆ ਸਕੂਲਾਂ ਨੂੰ, ਨੈਕਸਟ ਕੀ ਆ ਰਨਿੰਗ ਆਫ ਸਕੂਲਸ ਵਿਦਾਊਟ ਰਿਕੋਗਨਾਈਜੇਸ਼ਨ। ਸੋ ਇਹਦੇ ਵਿੱਚ ਕੀ ਆ ਕਿ ਸਕੂਲਾਂ ਨੂੰ ਚਲਾਉਣ ਲਈ ਮਾਨਤਾ ਜ਼ਰੂਰੀ ਹੈ। ਬਿਨਾਂ ਮਾਨਤਾ ਤੋਂ ਕੋਈ ਵੀ ਜਿਹੜੇ ਅਧਿਆਪਕ ਨੇ ਉਹ ਸਕੂਲ ਨੂੰ ਨਹੀਂ ਚਲਾ ਸਕਦੇ। ਇਹ ਸਾਰੀਆਂ ਚੀਜ਼ਾਂ ਦੀ ਮਨਾਹੀ ਕੀਤੀ ਗਈ ਹੈ ਇਸ ਐਕਟ 2009 'ਚ।
ਸੋ ਇੱਥੇ ਕੁਝ ਹੋਰ ਗੱਲਾਂ ਆ ਜਿਹੜੀਆਂ ਇੰਪੋਰਟੈਂਟ ਪੁਆਇੰਟਸ ਨੇ ਉਹ ਦੇਖਾਂਗੇ ਕੀ ਨੇ ਆਪਣੇ ਇੰਪੋਰਟੈਂਟ ਪੁਆਇੰਟਸ। ਫਸਟ ਕੀ ਹੈ ਜਿਹੜਾ free education means that any child admitted in the school will not be required to pay any kind of fees or expenses। ਜਾਨੇ ਕਿ free education ਦਾ ਕੀ ਮਤਲਬ ਆ ਕਿ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਫੀਸ ਜਾਂ ਖਰਚਾ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ। ਜਿਵੇਂ ਕਿ ਹੋ ਸਕਦਾ ਟਿਊਸ਼ਨ ਫੀ ਹੋ ਸਕਦਾ ਹੈ, ਯੂਨੀਫਾਰਮ, ਬੁੱਕਸ, ਸਟੱਡੀ ਮਟੀਰੀਅਲ, ਇਹਨਾਂ ਦਾ ਉਸਨੂੰ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਹਨੂੰ ਆਪਾਂ ਕੀ ਕਹਾਂਗੇ ਫ੍ਰੀ ਐਜੂਕੇਸ਼ਨ। ਨੈਕਸਟ ਕੀ ਹੈ ਆਪਣਾ ਇਨ ਅਦਰ ਵਰਡਸ ਇਟ ਇੰਪਲਾਈਜ਼ ਐਨ ਐਜੂਕੇਸ਼ਨ ਵਿਚ ਇਜ਼ ਫ੍ਰੀ ਫਰੋਮ ਐਗਜ਼ਾਈਟੀ, ਸਟ੍ਰੈਸ ਐਂਡ ਫੀਅਰ। ਜਿਹੜੀ ਸਟੱਡੀ ਹੈ ਇਹਨੂੰ ਦੂਜੇ ਸ਼ਬਦਾਂ 'ਚ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜੀ ਐਜੂਕੇਸ਼ਨ ਆ ਉਹ ਕਿਸ ਤੋਂ ਫ੍ਰੀ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੋਣੀ ਚਾਹੀਦੀ, ਤਣਾਅ, ਡਰ ਉਹਨੂੰ ਨਹੀਂ ਹੋਣਾ ਚਾਹੀਦਾ, ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ ਜਿਹੜੀ ਸਟੱਡੀ ਆ। ਓਕੇ, ਨੈਕਸਟ ਦੇਖਦੇ ਹਾਂ ਦਾ RTE ਐਕਟ ਪ੍ਰੋਵਾਈਡਸ ਚਿਲਡਰਨ access to elementary schools within defined area or limits of neighborhood। ਜਾਨੇ ਕਿ ਜਿਹੜੇ ਵੀ ਇਹ ਸਕੂਲ ਨੇ ਬੱਚਿਆਂ ਦੇ ਨੇੜੇ ਹੋਣੇ ਚਾਹੀਦੇ ਨੇ, ਠੀਕ ਹੈ, ਇਹ ਨਹੀਂ ਕਿ ਦੂਰ ਦੂਰ ਸਕੂਲ ਹੋਣ। ਜਿੱਦਾਂ ਕਿ ਪ੍ਰਾਇਮਰੀ ਸਕੂਲ ਨੇ ਉਹ 1 ਕਿਲੋਮੀਟਰ ਤੱਕ ਦੀ ਦੂਰ ਹੋ ਸਕਦੇ ਨੇ, ਠੀਕ ਹੈ। ਜਿਹੜੇ ਆਪਣੇ ਐਲੀਮੈਂਟਰੀ ਸਕੂਲ ਨੇ ਉਹ ਕਿੱਥੇ ਤੱਕ ਹੋ ਸਕਦੇ ਨੇ 3 ਕਿਲੋਮੀਟਰ ਦੀ ਦੂਰੀ ਤੱਕ। ਓਕੇ, ਇਹ ਤੋਂ ਜ਼ਿਆਦਾ ਇਹ ਸਕੂਲਸ ਨੇ ਜਿਹੜੇ ਉਹ ਦੂਰ ਨਹੀਂ ਹੋਣੇ ਚਾਹੀਦੇ। ਹਾਂਜੀ, ਇੱਥੇ ਕੁਝ ਹੋਰ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕੀ ਹੈ ਫਸਟ ਆਪਣੇ ਕੋਲ The law came into effect in the whole of India except the state of Jammu and Kashmir from 1st April 2010। ਸੋ ਕੀ ਸੀ ਕਿ ਜੰਮੂ ਤੇ ਕਸ਼ਮੀਰ ਰਾਜ ਨੂੰ ਛੱਡ ਕੇ ਬਾਕੀ ਪੂਰੇ ਭਾਰਤ ਵਿੱਚ ਕਾਨੂੰਨ ਲਾਗੂ ਹੋ ਗਿਆ ਸੀ ਕਦੋਂ 1 ਅਪ੍ਰੈਲ 2010 ਨੂੰ, ਠੀਕ ਹੈ। ਨੈਕਸਟ ਕੀ ਹੈ ਇੰਡੀਆ became one of 135 countries to make education a fundamental right of every child। ਸੋ ਕੀ ਸੀ ਕਿ ਸਿੱਖਿਆ ਨੂੰ ਬੁਨਿਆਦੀ ਬਣਾਉਣ ਲਈ ਭਾਰਤ 135 ਦੇਸ਼ਾਂ ਵਿੱਚੋਂ ਇੱਕ ਬਣ ਗਿਆ ਸੀ, ਠੀਕ ਹੈ। 135 ਦੇਸ਼ ਸੀ ਜਿਹੜੇ ਫੰਡਾਮੈਂਟਲ ਰਾਈਟ ਨੂੰ ਅਚੀਵ ਕਰਨ ਲਈ, ਉਹਨਾਂ ਵਿੱਚੋਂ ਇੱਕ ਬਣ ਗਿਆ ਸੀ ਭਾਰਤ ਵੀ ਜਦੋਂ ਉਸਨੇ ਇਹ ਐਕਟ ਨੂੰ ਲਾਗੂ ਕੀਤਾ। ਨੈਕਸਟ ਦੇਖਦੇ ਹਾਂ the right to education of persons with disabilities until 18 years of age is laid down under a separate legislation। ਠੀਕ ਹੈ, ਸੋ ਇਹਦੇ ਵਿੱਚ ਕੀ ਸੀ ਕਿ ਜਿਹੜਾ ਅਗਰ ਆਪਣੇ ਕੋਲ ਕੁਐਸਚਨ ਆਉਂਦਾ ਆ ਕਿ ਤੁਹਾਨੂੰ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਕਿੱਥੇ ਤੱਕ ਦਿੱਤੀ ਜਾਂਦੀ ਹੈ, ਤਾਂ 6 to 14 ਈਅਰਸ ਤੱਕ ਸੀਗਾ ਜਿਹੜੀ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ, 6 to 14 ਈਅਰਸ। ਅਗਰ ਡਿਸੇਬਿਲਿਟੀਜ਼ ਪ੍ਰੋਬਲਮਸ ਹੁੰਦੀਆਂ ਆ, ਕੋਈ ਡਿਸੇਬਲ ਬੱਚਾ ਆ, ਸੋ ਉਹਨੂੰ ਕਿੱਥੇ ਤੱਕ 18 ਈਅਰਸ ਤੱਕ ਫ੍ਰੀ ਐਜੂਕੇਸ਼ਨ ਦਿੱਤੀ ਜਾਵੇਗੀ। ਨੈਕਸਟ ਕੀ ਹੈ ਡਿਊਟੀ ਆਫ ਪੇਰੈਂਟਸ। It is a duty of parents to admit the child in the elementary school। Article 51 AK ਦੇ ਅੰਡਰ ਆਉਂਦਾ ਹੈ, ਠੀਕ ਹੈ। ਡਿਊਟੀ ਆਫ ਪੇਰੈਂਟਸ ਕਿਸ ਦੇ ਅੰਦਰ ਆਉਂਦਾ ਹੈ? ਆਰਟੀਕਲ 51 AK ਦੇ ਅੰਡਰ ਆਉਂਦਾ ਆ। ਇਸ ਵਿੱਚ ਕੀ ਕਿਹਾ ਗਿਆ ਸੀ ਕਿ ਪੇਰੈਂਟਸ ਦੀ ਡਿਊਟੀ ਬਣਦੀ ਹੈ ਕਿ ਬੱਚੇ ਨੂੰ ਐਡਮਿਸ਼ਨ ਕਰਾਈ ਜਾਵੇ ਸਕੂਲ, ਤਾਂ ਜੋ ਐਲੀਮੈਂਟਰੀ ਆਪਣੀ ਐਜੂਕੇਸ਼ਨ ਆ ਉਹ ਕੰਪਲੀਟ ਕਰ ਸਕਣ। ਹਾਂਜੀ, ਇੱਥੇ ਹੋਰ ਇੰਪੋਰਟੈਂਟ ਪੁਆਇੰਟਸ ਨੇ ਕੁਝ ਜਿਹਨੂੰ ਆਪਾਂ ਦੇਖਾਂਗੇ ਕਿ ਅਧਿਆਪਕਾਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ 1st to 5th ਕਲਾਸ ਦੇ ਲਈ। ਜੋ ਟੀਚਰਸ ਆ ਉਹ ਕਿੰਨੇ ਹੋਣੇ ਚਾਹੀਦੇ ਕਿੰਨੇ ਬੱਚਿਆਂ ਦੇ, ਠੀਕ ਹੈ। ਸੋ ਅਗਰ ਤਾਂ ਆਪਣੇ ਕੋਲ ਕੀ ਹੈ ਅਪ ਟੂ 60, ਜੇ 60 ਤੋਂ ਉੱਪਰ ਨੇ ਬੱਚੇ ਜਾਂ 60 ਨੇ, ਸੋ ਕਿੰਨੇ ਟੀਚਰਸ ਚਾਹੀਦੇ ਨੇ 2 ਟੀਚਰਸ ਹੋਣੇ ਚਾਹੀਦੇ ਆ, ਠੀਕ ਹੈ। ਅਗਰ 61 to 90 ਦੇ ਵਿੱਚ ਆਉਂਦੇ ਆ ਬੱਚੇ ਨੇ, ਸੋ ਆਪਣੇ ਕੋਲ ਕਿੰਨੇ ਰਿਕੁਆਇਰਡ ਟੀਚਰਸ ਹੋਣੇ ਚਾਹੀਦੇ ਆ 3। ਤੇ ਅਗਰ 91 to 120 ਸਟੂਡੈਂਟਸ ਨੇ ਇੱਕ ਕਲਾਸ, ਸੋ ਕਿੰਨੇ ਟੀਚਰਸ ਹੋਣੇ ਚਾਹੀਦੇ ਆ 4 ਟੀਚਰਸ। ਓਕੇ, ਸੋ ਅਗਰ ਆਪਣੇ ਕੋਲ 150 ਅਬਵ ਚਿਲਡਰਨ ਨੇ ਸਕੂਲਸ, ਠੀਕ ਹੈ, ਸੋ ਕਿੰਨੇ ਟੀਚਰਸ ਹੋਣੇ ਚਾਹੀਦੇ ਆ 5 ਟੀਚਰ ਪਲੱਸ 1 ਹੈਡ ਟੀਚਰ। ਓਕੇ, ਸੋ ਇੰਪੋਰਟੈਂਟ ਹੈ ਇਹ ਕਿ ਅਗਰ ਆਪਣੇ ਕੋਲ 150 ਪਲੱਸ ਚਿਲਡਰਨ ਹੁੰਦੇ ਆ ਤਾਂ ਆਪਣੇ ਕੋਲ 5 ਟੀਚਰ ਔਰ 1 ਹੈਡ ਟੀਚਰ, ਹੈਡ ਮਾਸਟਰ ਹੋਣਾ ਜ਼ਰੂਰੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਹਾਂਜੀ, ਹੁਣ ਗੱਲ ਕਰਾਂਗੇ ਬਿਲਡਿੰਗ ਦੀ। ਜਿੱਥੇ ਹੀ ਆਪਣੇ ਕੋਲ ਟੀਚਰਸ ਜ਼ਰੂਰੀ ਨੇ ਉੱਥੇ ਹੀ ਬਿਲਡਿੰਗ ਵੀ ਵਧੀਆ ਹੋਣੀ ਜ਼ਰੂਰੀ ਹੈ, ਤਾਂ ਹੀ ਅਗਰ ਉਹਨਾਂ ਨੂੰ ਬੱਚਿਆਂ ਨੂੰ এনवायरमेंट ਵਧੀਆ ਮਿਲੇਗੀ ਤਾਂ ਹੀ ਉਹ ਵਧੀਆ ਉੱਥੇ ਸਿੱਖ ਸਕਦੇ ਨੇ ਆਰਾਮ ਨਾਲ। ਓਕੇ, ਸੋ ਕੀ ਆਏਗਾ ਐਟਲੀਸਟ 1 ਕਲਾਸਰੂਮ ਫॉर ਐਵਰੀ ਟੀਚਰ ਐਂਡ 1 ਆਫਿਸ ਕਮ ਸਟੋਰ ਕਮ ਹੈਡ ਟੀਚਰਸ ਰੂਮ। ਜਾਨੇ ਕਿ ਇੱਕ ਉੱਥੇ ਹੈਡ ਆਫਿਸ ਹੋਣਾ ਚਾਹੀਦਾ ਆ, ਠੀਕ ਹੈ। ਐਂਡ ਕੀ ਹੋਣਾ ਚਾਹੀਦਾ ਹੈ ਹਰ ਟੀਚਰ ਦੇ ਲਈ ਇੱਕ ਕਲਾਸਰੂਮ ਹੋਣਾ ਜ਼ਰੂਰੀ ਹੈ।
ਨੈਕਸਟ ਦੇਖਾਂਗੇ ਸੈਪਰੇਟ ਟਾਇਲਟਸ ਫॉर गर्ल्स एंड बॉयज़। ठीक है, ਉੱਥੇ ਮੁੰਡਿਆਂ ਤੇ ਕੁੜੀਆਂ ਲਈ ਅਲੱਗ-ਅਲੱਗ ਸੈਪਰੇਟ ਵਾਸ਼ਰੂਮ ਹੋਣੇ ਜ਼ਰੂਰੀ ਨੇ। ਕਿਚਨ ਵੇਅਰ ਮਿਡ ਡੇ ਮੀਲ ਇਜ਼ ਪ੍ਰੀਪੇਅਰਡ। ਠੀਕ ਹੈ, ਇੱਕ ਕਿਚਨ ਹੋਣੀ ਜ਼ਰੂਰੀ ਹੈ ਜਿੱਥੇ ਮਿਡ ਡੇ ਮੀਲ ਪ੍ਰੀਪੇਅਰ ਕੀਤਾ ਜਾਵੇ। ਪਲੇਗਰਾਊਂਡ ਹੋਣਾ ਜ਼ਰੂਰੀ ਹੈ ਬੱਚਿਆਂ ਲਈ। ਸੇਫ ਐਂਡ ਐਡਿਕੁਏਟ ਡਰਿੰਕਿੰਗ ਵਾਟਰ ਫੈਸਿਲਿਟੀਜ਼ ਹੋਣੀ ਚਾਹੀਦੀ, ਜਾਨੇ ਕਿ ਉਹਨਾਂ ਨੂੰ ਸੁਰੱਖਿਅਤ ਤੇ ਉਚਿਤ ਪੀਣ ਵਾਲਾ ਪਾਣੀ ਦਿੱਤਾ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਉਨੀਆਂ ਹੀ ਜ਼ਰੂਰੀ ਨੇ ਜਿੰਨਾ ਕਿ ਉੱਥੇ ਇੱਕ ਟੀਚਰਸ ਦੀ ਜ਼ਰੂਰਤ ਹੈ। ਹਾਂਜੀ, ਅਗਰ ਆਪਾਂ ਦੇਖਦੇ ਹਾਂ ਮਿਨੀਮਮ ਨੰਬਰ ਆਫ ਵਰਕਿੰਗ ਡੇਜ਼। ਠੀਕ ਹੈ, ਸੋ ਵਰਕਿੰਗ ਡੇਜ਼ RTE ਐਕਟ ਦੇ ਅਕੋਰਡਿੰਗ ਕਿੰਨੇ ਹੋਣੇ ਚਾਹੀਦੇ ਆ? 200 ਵਰਕਿੰਗ ਡੇਜ਼ ਫॉर 1 to 5th, ਯਾਨੀ ਕਿ 1 to 5th ਕਲਾਸ ਦੇ ਲਈ 200 ਵਰਕਿੰਗ ਡੇ ਹੋਣਗੇ ਇੱਕ ਸਾਲ 'ਚ। ਐਂਡ 220 ਵਰਕਿੰਗ ਡੇਜ਼ ਫॉर 6 to 8 ਕਲਾਸ ਦੇ ਲਈ 220 ਵਰਕਿੰਗ ਡੇਜ਼ ਹੋਣਗੇ ਇੱਕ ਸਾਲ ਦੇ ਵਿੱਚ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਇੰਸਟਰਕਸ਼ਨਲ ਆਵਰਸ, ਯਾਨੀ ਕਿ ਪੜ੍ਹਾਈ ਦੇ ਘੰਟੇ ਕਿੰਨੇ ਆ। ਠੀਕ ਹੈ, ਆਵਰਸ ਦੀ ਪਹਿਲਾਂ ਆਪਾਂ ਡੇਜ਼ ਦੀ ਗੱਲ ਕਰੀ ਸੀ, ਹੁਣ ਆਪਾਂ ਆਵਰਸ ਦੀ ਗੱਲ ਕਰਾਂਗੇ। ਸੋ ਕੀ ਹੈ, ਜਿਹੜੇ 1st to 5th ਕਲਾਸ ਹੈ ਉਹਨਾਂ ਦੇ ਲਈ ਕਿੰਨੇ 800 ਇੰਸਟਰਕਸ਼ਨਲ ਆਵਰਸ ਫॉर ਅਕੈਡਮਿਕ ਈਅਰ, ਮੀਨਸ ਇੱਕ ਸਾਲ 'ਚ 800 ਆਵਰਸ। ਠੀਕ ਹੈ, ਨੈਕਸਟ ਕੀ ਆ, ਜਿਹੜੇ 6th to 8th ਕਲਾਸ ਦੇ ਬੱਚੇ ਆ ਉਹਨਾਂ ਲਈ ਕਿੰਨਾ ਆ 1000 ਇੰਸਟਰਕਸ਼ਨਲ ਆਵਰਸ ਪਰ ਅਕੈਡਮਿਕ ਈਅਰ। ਪਹਿਲਾਂ ਕੀ ਗੱਲ ਕਰੀ ਸੀ ਆਪਾਂ ਡੇਜ਼ ਦੀ। ਸੋ ਡੇਜ਼ ਕੀ ਸੀ, 1st to 5th ਦੇ ਲਈ ਆਪਣੇ ਕੋਲ 200 ਡੇਜ਼ ਸੀਗੇ। ਓਕੇ, 220 ਆਪਣੇ ਲਈ 6 to 8th ਦੇ ਲਈ ਸੀ, ਯਾਨੀ ਕਿ ਐਲੀਮੈਂਟਰੀ ਦੇ ਲਈ। ਸੋ ਆਵਰਸ ਦੀ ਅਗਰ ਆਪਣੇ ਕੋਲ ਘੰਟੇ ਪੁੱਛਦੇ ਨੇ ਤਾਂ 800 ਘੰਟੇ ਨੇ ਆਪਣੇ 1st to 5th ਦੇ ਲਈ। ਓਕੇ, 1000 ਆ ਐਲੀਮੈਂਟਰੀ ਦੇ ਲਈ, ਯਾਨੀ ਕਿ 6 to 8 ਦੇ ਲਈ। ਸੋ ਇਹਨਾਂ ਛੋਟੇ ਛੋਟੇ ਪੁਆਇੰਟਸ ਨੂੰ ਧਿਆਨ ਤੇ ਯਾਦ 'ਚ ਰੱਖਣਾ ਆ। ਹਾਂਜੀ, ਨੈਕਸਟ ਕੀ ਹੈ, ਮਿਨੀਮਮ ਨੰਬਰ ਆਫ ਵਰਕਿੰਗ ਆਵਰਸ ਪਰ ਵੀਕ ਫॉर द टीचर। ਪਹਿਲਾਂ ਸਟੂਡੈਂਟਸ ਦੀ ਗੱਲ ਸੀ, ਹੁਣ ਆਪਾਂ ਟੀਚਰ ਦੀ ਗੱਲ ਕਰਾਂਗੇ। ਠੀਕ ਹੈ, ਪਰ ਵੀਕ ਦੀ ਗੱਲ ਹੈ ਕਿ ਇੱਕ ਟੀਚਰ ਨੂੰ ਇੱਕ ਵੀਕ ਦੇ ਵਿੱਚ ਘੱਟੋ ਘੱਟ ਕਿੰਨਾ ਕੰਮ ਕਰਨਾ ਚਾਹੀਦਾ ਹੈ, ਕਿੰਨੇ ਘੰਟੇ। ਸੋ ਕੀ ਆਏਗਾ 45 ਆਵਰਸ, 45 ਘੰਟੇ ਉਹਨੂੰ ਕੰਮ ਕਰਨਾ ਚਾਹੀਦਾ, ਜਿਹਦੇ ਵਿੱਚ ਕੀ ਹੈ ਇਨਕਲੂਡਿੰਗ ਪ੍ਰੀਪੇਅਰ ਆਵਰਸ, ਜਿਹਦੇ ਵਿੱਚ ਪ੍ਰੀਪੇਅਰ ਉਹ ਕਰੇਗਾ, ਤਿਆਰੀ ਵੀ ਕਰੇਗਾ, ਉਸ ਨੂੰ ਵੀ ਇਸ ਵਿੱਚ ਇਨਕਲੂਡ ਕੀਤਾ ਗਿਆ 45 ਆਵਰਸ 'ਚ। ਹਾਂਜੀ, ਨੈਕਸਟ ਕੀ ਹੈ ਲਾਇਬ੍ਰੇਰੀ। ਸੋ ਕੀ ਆ, ਹਰ ਸਕੂਲ 'ਚ ਇੱਕ ਲਾਇਬ੍ਰੇਰੀ ਹੋਣੀ ਵੀ ਜ਼ਰੂਰੀ ਹੈ। ਠੀਕ ਹੈ, ਦੇयर ਸ਼ੈਲ ਬੀ ਅ ਲਾਇਬ੍ਰੇਰੀ ਇਨ ਈਚ ਸਕੂਲ ਪ੍ਰੋਵਾਈਡਿੰਗ ਨਿਊਜ਼ਪੇਪਰਸ, ਮੈਗਜ਼ੀਨਸ, ਬੁੱਕਸ ਇਨਕਲੂਡਿੰਗ ਸਟੋਰੀ ਬੁੱਕਸ। ਸੋ ਹਰ ਸਕੂਲ ਦੇ ਵਿੱਚ ਲਾਇਬ੍ਰੇਰੀ ਹੋਣੀ ਜ਼ਰੂਰੀ ਹੈ ਜਿਸ ਵਿੱਚ ਬੱਚਿਆਂ ਨੂੰ ਨਿਊਜ਼ਪੇਪਰ ਪ੍ਰੋਵਾਈਡ ਕਰਵਾਏ ਜਾਣ, ਮੈਗਜ਼ੀਨ ਪ੍ਰੋਵਾਈਡ ਕਰਵਾਏ ਜਾਣ, ਉਹਨਾਂ ਨੂੰ ਹੋਰ ਸਟੋਰੀ ਬੁੱਕਸ ਪ੍ਰੋਵਾਈਡ ਕਰਵਾਈਆਂ ਜਾਣੀਆਂ ਜ਼ਰੂਰੀ ਨੇ। ਨੈਕਸਟ ਕੀ ਹੈ, ਪਲੇ ਮਟੀਰੀਅਲ, ਗੇਮਸ ਐਂਡ ਸਪੋਰਟਸ ਇਕਵਿਪਮੈਂਟਸ, ਜਾਨੇ ਕਿ ਖੇਡ ਸਮੱਗਰੀ ਤੇ ਉਪਕਰਨ ਵੀ ਪ੍ਰੋਵਾਈਡ ਕਰਵਾਏ ਜਾਣੇ ਜ਼ਰੂਰੀ ਨੇ ਹਰ ਸਕੂਲ ਦੇ ਵਿੱਚ। ਇਟ ਸ਼ੈਲ ਬੀ ਪ੍ਰੋਵਾਈਡਡ ਟੂ ਈਚ ਕਲਾਸ ਐਜ਼ ਰਿਕੁਆਇਰਡ। ਸੋ ਹਰ ਕਲਾਸ ਦੇ ਅਕੋਰਡਿੰਗ ਜਿੱਦਾਂ ਉਹਨਾਂ ਦੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਬੱਚਿਆਂ ਨੂੰ ਖੇਡ ਸਮੱਗਰੀ ਪ੍ਰੋਵਾਈਡ ਕਰਵਾਈ ਜਾਣੀ ਜ਼ਰੂਰੀ ਹੈ। ਜਿਵੇਂ ਕਿ ਆਪਾਂ ਗਵਰਨਮੈਂਟ ਸਕੂਲਸ ਦੇ ਵਿੱਚ ਦੇਖਦੇ ਹਾਂ ਵੀ ਕਿ ਉੱਥੇ ਜਿਹੜੀ ਖੇਡਣ ਦੀ ਸਮੱਗਰੀ ਹੈ ਜਿੱਦਾਂ ਫੁੱਟਬਾਲਸ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਵੀਆਂ। ਠੀਕ ਹੈ, ਪ੍ਰੋਵਾਈਡ ਕਰਵਾਈਆਂ ਜਾਂਦੀਆਂ ਆ। ਹਾਂਜੀ, ਹੁਣ ਆਪਾਂ ਕਰਾਂਗੇ ਕੁਝ ਪ੍ਰੈਕਟਿਸ ਕੁਐਸਚਨ। ਸਟਾਰਟ ਕਰਦੇ ਹਾਂ ਫਸਟ ਕੁਐਸਚਨ। ਹਾਂਜੀ, ਫਸਟ ਕੁਐਸਚਨ ਕੀ ਹੈ, ਅਕੋਰਡਿੰਗ ਟੂ RTE ਚਿਲਡਰਨ ਆਫ ਵਿਚ ਏਜ ਗਰੁੱਪ ਇਜ਼ ਟੂ ਬੀ ਗਿਵਨ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਠੀਕ ਹੈ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜਿਹਦੀ ਆਪਾਂ ਸਟਾਰਟਿੰਗ 'ਚ ਹੀ ਗੱਲ ਕਰੀ ਸੀ, ਕਿਹੜਾ ਏਜ ਗਰੁੱਪ ਨੂੰ ਦਿੱਤੀ ਜਾਂਦੀ ਹੈ? 6 to 14 ਈਅਰਸ, 8 to 14 ਈਅਰਸ, 3 to 10 ਈਅਰਸ, 6 to 18 ਈਅਰਸ। ਸੋ ਆਪਾਂ ਕੀ ਗੱਲ ਕਰੀ ਸੀ ਕਿ 6 to 14 ਈਅਰਸ ਏਜ ਗਰੁੱਪ ਹੈ ਜਿਹਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਸੈਕੰਡ ਕੁਐਸਚਨ, ਐਜ਼ ਪਰ RTE a primary school should be located within how many kilometers from your house? So ਘਰ ਤੋਂ ਕਿੰਨੀ ਦੂਰੀ ਹੋਣੀ ਚਾਹੀਦੀ ਹੈ ਸਕੂਲ ਦੀ? ਪ੍ਰਾਇਮਰੀ ਸਕੂਲ ਦੀ ਦੇਖਣੀ ਹੈ। ਠੀਕ ਹੈ, 2 ਕਿਲੋਮੀਟਰ, 1 ਕਿਲੋਮੀਟਰ, 3 ਕਿਲੋਮੀਟਰ, ਨਨ ਆਫ ਦ ਅਬਵ। ਸੋ ਕੀ ਆਏਗਾ 1 ਕਿਲੋਮੀਟਰ। ਓਕੇ, ਆਪਸ਼ਨ ਸੈਕਿੰਡ ਇੱਥੇ ਕਰੈਕਟ ਹੈ। ਅਗਰ ਇੱਥੇ ਐਲੀਮੈਂਟਰੀ ਸਕੂਲ ਦੀ ਗੱਲ ਹੁੰਦੀ ਤਾਂ ਕੀ ਹੋਣਾ ਸੀ 3 ਕਿਲੋਮੀਟਰ। ਥਰਡ ਕੁਐਸਚਨ, RTE Act 2009 is based on which article of Constitution of India? ਸੋ ਕੀ ਹੈ ਇਹ, ਕਿਹੜੇ ਆਰਟੀਕਲ ਜਿਹੜਾ ਆਪਣਾ ਐਕਟ 2009 ਆ ਉਹ ਕਿਸ ਆਰਟੀਕਲ ਤੇ ਬੇਸਡ ਆ? ਓਕੇ, ਸੋ ਕੀ ਆਏਗਾ ਆਰਟੀਕਲ 22, ਆਰਟੀਕਲ 44, ਆਰਟੀਕਲ 45 ਜਾਂ ਆਰਟੀਕਲ 86। ਸੋ ਕੀ ਆਏਗਾ ਇੱਥੇ ਆਰਟੀਕਲ 45 ਤੇ ਬੇਸਡ ਹੈ। ਫੋਰਥ ਕੁਐਸਚਨ, ਅਕੋਰਡਿੰਗ ਟੂ RTE 2009 what should be the pupil teacher ratio between the classes 6 to 8th? 6 to 8th ਕਲਾਸ ਦੀ pupil teacher ratio ਕੀ ਹੋਏਗੀ? 30:1, 35:1, 40:1 ਜਾਂ 20:1। ਸੋ ਕੀ ਆਏਗਾ ਆਪਸ਼ਨ ਬੀ, ਯਾਨੀ ਕਿ 35:1। ਅਗਰ ਇੱਥੇ 1 to 5th ਹੁੰਦਾ ਸੋ ਆਪਣਾ ਕੀ ਆਉਣਾ ਸੀ 30:1। ਓਕੇ,
Next question, how many sections are there in RTE Act 2009? So इस Act 2009 ਦੇ ਵਿੱਚ ਕਿੰਨੇ ਸੈਕਸ਼ਨ ਨੇ? ਹਾਊ ਮੈਨੀ ਸੈਕਸ਼ਨਸ? ਓਕੇ, ਸੋ ਕੀ ਆਏਗਾ 48, 36, 39, 38। ਸੋ ਕੀ ਆਏਗਾ ਇਸ ਵਿੱਚ 38 ਸੈਕਸ਼ਨਸ ਨੇ ਇਸ ਵਿੱਚ। ਓਕੇ, ਸੋ ਇੱਥੇ ਆਪਣੀ ਵੀਡੀਓ ਹੁੰਦੀ ਹੈ ਖਤਮ, ਜਾਣੇ ਕਿ ਆਪਣਾ ਟੌਪਿਕ ਕੰਪਲੀਟ ਹੋ ਗਿਆ ਹੈ। ਇੱਦਾਂ ਹੀ ਹੋਰ ਇੰਪੋਰਟੈਂਟ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਦਿਆ ਕਰੋ। ਥੈਂਕ ਯੂ, ਥੈਂਕਸ ਫॉर ਵਾਚਿੰਗ, ਬਾਏ ਬਾਏ।